ਤਲਵੀਰ ਸਿੰਘ ਗਿੱਲ ਨੂੰ ਵਿਰੋਧੀ ਗੁੰਡਾ ਕਹਿੰਦੇ ਨੇ, ਪਰ ਉਹਨਾਂ ਨੇ ਅੱਗੋਂ ਪਲਟਵਾਰ ਤੁਹਾਡੇ ਤੇ ਕਰਤਾ ਕਿ ਗੁੰਡਾ ਮੈਂ ਨਹੀਂ ਹੈ, ਇੰਦਰਬੀਰ ਸਿੰਘ ਬੁਲਾਰੀਆ ਗੁੰਡਾ, ਜਿਹਦੇ ਕਾਰਨ ਇੰਨੇ ਬੰਦੇ ਮਰ ਗਏ। ਤੁਸੀਂ ਸ਼ਹਿਰੀਆਂ ਨੂੰ ਜਾ ਕੇ ਪੁੱਛੋਗੇ ਗੁੰਡਾ ਕੌਣ ਆ, ਮੈਨੂੰ ਕਹਿਣ ਦੀ ਲੋੜ ਹੀ ਨਹੀਂ। ਉਹ ਤੇ ਕਹਿ ਰਹੇ ਕਿ ਮੈਂ ਗੁੰਡਾ ਨਾ, ਮੈਨੂੰ ਕਿਸੇ ਨੂੰ ਕਹਿਣ ਦੀ ਲੋੜ ਹੀ ਨਹੀਂ ਹੈ। ਮੈਂ ਕਹਿੰਦਾ ਵੀ ਸਾਰੇ ਬਹੁਤ ਸ਼ਰੀਫ ਬੰਦੇ ਨੇ, ਔਰ ਖਾਸ ਤੌਰ ਤੇ ਅਕਾਲੀ ਦਲ ਬਾਰੇ ਇਹਨਾਂ ਵਰਗਾ ਸ਼ਰੀਫ। ਤੁਸੀਂ ਕਿੰਨੇ % ਤੱਕ ਵਿਕਾਸ ਜਿਹੜਾ ਆਪਣੇ ਹਲਕੇ ਦਾ ਕਰਾ ਚੁੱਕੇ ਹੋ? ਜੋ ਵੀ ਵੱਧ ਤੋਂ ਵੱਧ ਕੰਮ ਸੀਗੇ ਅਸੀਂ ਸਾਰੇ ਉਹਨਾਂ ਉੱਤੇ ਤਰਜੀਹ ਦਿੱਤੀ ਆ। ਕਈ ਆਨਗੋਇੰਗ ਪ੍ਰੋਜੈਕਟਸ ਨੇ, ਕਈ ਹੋ ਕੇ ਮੁਕੰਮਲ ਹੋ ਗਏ ਨੇ ਤੇ ਕਈ ਹਜੇ ਆਪਣੀ ਰਫ਼ਤਾਰ ਤੇ ਚੱਲਦੇ ਪਏ ਨੇ। ਜਦੋਂ ਤੁਸੀਂ ਅਕਾਲੀ ਦਲ 'ਚ ਸੀ ਉੱਥੇ ਵੀ ਡਿਵੈਲਪਮੈਂਟ ਦੀ ਸ਼ੁਰੂਆਤ ਕੀਤੀ ਸੀ। ਸੁਲਤਾਨਵਿੰਡ ਪਿੰਡ ਉਹ ਹਜੇ ਵੀ ਡਿਵੈਲਪਮੈਂਟ ਵੱਲੋਂ ਕਾਫੀ ਜ਼ਿਆਦਾ ਕਿਹਾ ਜਾ ਸਕਦਾ ਪਿਛੜਾ ਹੈਗਾ। ਲੋਕ ਤੁਸੀਂ ਜਾ ਕੇ ਵੇਖੋ ਜਿਹੜਾ ਪ੍ਰੋਜੈਕਟ ਉੱਥੇ ਹੈਗਾ, ਉਸ ਪਹਿਲੇ ਤੇ ਆ ਜਾ ਕੇ ਵੇਖੋ ਵੀ ਸੀਵਰ ਉੱਥੇ ਸੀਗਾ ਪਹਿਲੇ, ਅੱਜ ਸੀਵਰ ਪੈ ਚੁੱਕਾ। ਨਸ਼ੇ ਦੀ ਜੇ ਗੱਲ ਕੀਤੀ ਜਾਵੇ, ਸੁਲਤਾਨਵਿੰਡ ਪਿੰਡ ਦੇ ਲੋਕ ਹੀ ਕਹਿੰਦੇ ਨੇ ਕਿ ਇੱਥੇ ਕਰਿਆਨੇ ਦੀ ਦੁਕਾਨ ਤੇ ਟੋਫੀਆਂ ਘੱਟ ਤੇ ਗੋਲੀਆਂ ਨਸ਼ੇ ਦੀਆਂ ਜ਼ਿਆਦਾ। ਨਸ਼ਾ ਇੱਕ ਸਮਾਜਿਕ ਪ੍ਰੋਬਲਮ ਹੈ ਔਰ ਸਮਾਜਿਕ ਦੇ ਨਾਲ ਨਾਲ ਇੱਕ ਮਾਨਸਿਕ ਪ੍ਰੋਬਲਮ ਵੀ ਹੈਗੀ ਹੈ। ਜੋ ਕਦਮ ਸਾਡੀ ਸਰਕਾਰ ਨੇ ਇਸ ਵਾਰੀ ਚੁੱਕੇ ਆ, ਜਿੰਨੇ ਅਸੀਂ ਸੈਂਟਰ ਬਣਾਏ ਸੀਗੇ, ਸੈਂਟਰਾਂ ਵਿੱਚ ਵੇਖੋ ਕਿੰਨੀ ਵੱਡੀ ਤਾਦਾਦ 'ਚ ਲੋਕਾਂ ਨੇ ਪਹੁੰਚਿਆ, ਆਪਣਾ ਇਲਾਜ ਵੀ ਕਰਾਇਆ। ਅਕਾਲੀ ਦਲ ਦੇ ਵਿੱਚ ਫਿਰ ਜਾਨ ਆ ਗਈ ਹੈ ਵਿਕਰਮ ਮਜੀਠੀਆ ਦੇ ਜ਼ਮਾਨਤ ਤੇ ਜ਼ਮਾਨਤ ਮਿਲਣ ਨਾਲ। ਸਰਕਾਰ ਨੇ ਐਕਸ਼ਨ ਲਿਆ, ਸਰਕਾਰ ਕੋਰਟ ਨੇ ਆਪਣਾ ਕੰਮ ਕੀਤਾ, ਕੋਰਟ ਨੇ ਆਪਣੇ ਨਜ਼ਰੀਏ ਨਾਲ ਦੇਖਣਾ। ਅਸੀਂ ਮਾਣਯੋਗ ਅਦਾਲਤ ਦੇ ਫੈਸਲੇ ਨੂੰ ਜਿਹੜਾ ਉਹ ਸਾਰੇ ਮੰਨਦੇ ਆ ਔਰ ਮਾਣਯੋਗ ਅਦਾਲਤ ਦਾ ਜਿਹੜਾ ਫੈਸਲਾ ਹੋਇਆ ਉਹ ਸਿਰ ਮੱਥੇ ਹੁੰਦਾ। ਪੰਜਾਬ ਵਾਇਰ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਰਾਜਨ ਗੁਸਾਈ। ਸੂਬੇ ਦੇ ਵਿੱਚ ਚੋਣ ਅਖਾੜਾ ਪੂਰੀ ਤਰ੍ਹਾਂ ਨਾਲ ਪੱਕ ਚੁੱਕਿਆ ਔਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੱਖਣੀ ਹਲਕੇ ਦੀ, ਤੇ ਇੱਥੇ ਹਰੇਕ ਸਿਆਸੀ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ। ਮੇਰੇ ਨਾਲ ਇਸ ਟਾਈਮ ਮੌਜੂਦ ਨੇ ਹਲਕਾ ਦੱਖਣੀ ਅੰਮ੍ਰਿਤਸਰ ਤੋਂ ਵਿਧਾਇਕ, ਕਾਂਗਰਸੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਜਿਨ੍ਹਾਂ ਨੂੰ ਦੁਬਾਰਾ ਤੋਂ ਪਾਰਟੀ ਨੇ ਵਿਸ਼ਵਾਸ ਜਤਾ ਕੇ ਟਿਕਟ ਦਿੱਤੀ ਹੈ। ਉਹਨਾਂ ਨਾਲ ਗੱਲ ਕਰਦੇ ਹਾਂ ਕਿ ਉਹਨਾਂ ਦਾ ਜਿਹੜੇ ਵਿਧਾਇਕ ਹੁੰਦੇ ਆ ਕੀ ਕੁਝ ਕੰਮ ਕੀਤੇ ਨੇ ਔਰ ਅਗਲਾ ਵਿਜ਼ਨ ਕੀ ਹੈ, ਕੀ ਕੁਝ ਲੈ ਕੇ ਲੋਕਾਂ ਦੇ ਵਿੱਚ ਜਾਣਗੇ। ਬੁਲਾਰੀਆ ਸਾਹਿਬ, ਪੰਜਾਬ ਵਾਇਰ ਨਿਊਜ਼ ਤੇ ਤੁਹਾਡਾ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਗੁਸਾਈਨ ਸਾਹਿਬ। ਬੁਲਾਰੀਆ ਜੀ, ਵਿਧਾਇਕ ਤੁਸੀਂ ਰਹੇ ਹੋ, 2 ਵਾਰੀ ਵਿਧਾਇਕ ਰਹੇ ਹੋ। ਹਲਕੇ ਦੇ ਵਿਕਾਸ ਦੇ ਬਾਰੇ ਜੇ ਗੱਲ ਕੀਤੀ ਜਾਵੇ, ਕਿੰਨਾ ਕੁ ਤੁਸੀਂ ਵਿਕਾਸ ਆਪਣੇ ਵੱਲੋਂ ਕਰਵਾ ਚੁੱਕੇ ਹੋ ਔਰ ਕੀ ਸੋਚ ਹੈ ਤੁਹਾਡੀ ਅਗਲਾ, ਹੋਰ ਕੀ ਕੁਝ ਰਹਿ ਗਿਆ ਜਿਹੜਾ ਤੁਸੀਂ ਅਜੇ ਵਿਕਾਸ ਕਰਵਾਉਣਾ? ਗੁਸਾਈਨ ਸਾਹਿਬ, ਮੈਂ 2 ਵਾਰੀ ਨਹੀਂ, ਮੈਂ 3 ਵਾਰੀ ਰਹਿ ਚੁੱਕਿਆ ਹਾਂ ਤੇ ਗਲਤੀ 3 ਵਾਰੀ ਕਰ ਦਿੰਦੇ। ਹਾਂਜੀ, ਤੇ ਦੂਜਾ ਹੈ ਵੀ ਪਰਮਾਤਮਾ ਦੀ ਕਿਰਪਾ ਦੇ ਨਾਲ ਇਸ ਵਾਰੀ ਕੰਮ ਕਰਨ ਦਾ ਬਹੁਤ ਵਧੀਆ ਮੌਕਾ ਮਿਲਿਆ ਔਰ ਬਹੁਤ ਵਧੀਆ ਪ੍ਰੋਜੈਕਟ ਅਸੀਂ ਲੈ ਕੇ ਆਏ ਹਾਂ। ਜਿਹੜੇ ਪ੍ਰੋਜੈਕਟ ਲੈ ਕੇ ਆਏ ਆ ਉਹ ਆਪਣੇ ਆਪ ਦੇ ਵਿੱਚ ਇੱਕ ਆਉਣ ਵਾਲੇ ਸਮੇਂ 'ਚ ਬੜਾ ਮੀਲ ਪੱਥਰ ਬਣਨਗੇ। ਜਿਹੜੇ ਖਾਸ ਤੌਰ 'ਤੇ ਪ੍ਰੋਜੈਕਟ ਦੀ ਗੱਲ ਕਰਨਾ ਮੈਂ ਚਾਹੁੰਦਾ ਉਹ ਆ, ਅਸੀਂ ਸਪੋਰਟਸ ਸੈਂਟਰ ਬਣਾ ਰਹੇ ਹਾਂ, ਜਿਹੜਾ ਕਿ 40 ਕਰੋੜ ਦੀ ਲਾਗਤ ਨਾਲ ਬਣ ਕੇ ਅੰਮ੍ਰਿਤਸਰ ਸਾਹਿਬ ਦੇ ਬੱਚੇ, ਜਿੰਨੇ ਵੀ ਨੌਜਵਾਨ ਬੱਚੇ ਨੇ, ਉਹਨਾਂ ਨੂੰ ਸਮਰਪਿਤ ਹੋਏਗਾ ਔਰ ਉਹਦੇ ਵਿੱਚ ਹਰ ਤਰ੍ਹਾਂ ਦੀਆਂ ਜਿਹੜੀਆਂ ਖੇਡਾਂ ਨੇ ਉਹਦਾ ਇੰਤਜ਼ਾਮ ਕਰਾਇਆ ਜਾ ਰਿਹਾ। ਹਾਂ, ਕਿਉਂਕਿ ਵਿੱਚ 1.5 ਸਾਲ ਕਰੋਨਾ ਆ ਗਿਆ ਸੀਗਾ ਅਤੇ ਉਹਦੇ ਕਰਕੇ ਲੇਬਰ ਦੀ ਬੜੀ ਪ੍ਰੋਬਲਮ, 1.5 ਸਾਲ ਬੰਦ ਵੀ ਰਿਹਾ, ਕਦੀ ਕੰਮ ਥੋੜ੍ਹੀ ਦੇਰ ਚੱਲਿਆ ਫਿਰ ਬੰਦ ਹੋ ਗਿਆ। ਕਰੋਨਾ ਕਰਕੇ ਲੇਬਰ ਦੀਆਂ ਬੜੀਆਂ ਪ੍ਰੋਬਲਮਸ ਆਈਆਂ, ਉਹਦੇ ਕਰਕੇ ਥੋੜ੍ਹਾ ਪ੍ਰੋਜੈਕਟ ਡਿਲੇ ਹੋ ਗਿਆ। ਬਟ ਉਹ ਜਿਹੜਾ ਪ੍ਰੋਜੈਕਟ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਬਣ ਕੇ ਤਿਆਰ ਹੋ ਜਾਏਗਾ ਅਤੇ ਸਾਡੇ ਬੱਚੇ ਸ਼ਹਿਰ ਦੇ, ਆਮ ਤੌਰ 'ਤੇ ਜਿਹੜੇ ਬੱਚੇ ਖੇਡਾਂ ਵਿੱਚ ਨਿਕਲਦੇ ਨੇ ਉਹ ਦਿਹਾਤ ਦੇ ਨਿਕਲਦੇ ਨੇ ਔਰ ਸ਼ਹਿਰ ਹਮੇਸ਼ਾ ਵਾਂਝਾ ਰਹਿ ਜਾਂਦਾ ਕਿਉਂਕਿ ਸਾਡੇ ਕੋਲ ਕੋਈ ਖੁੱਲ੍ਹੇ ਮੈਦਾਨ ਨਹੀਂ ਆ, ਸਾਡੇ ਕੋਲ ਕੋਈ ਇੰਸਟੀਟਿਊਸ਼ਨ ਨਹੀਂ ਹੈਗੇ। ਅਤੇ ਇਹੋ ਜਿਹਾ ਇੰਸਟੀਟਿਊਸ਼ਨ ਬਣ ਕੇ ਤਿਆਰ ਹੋਏਗਾ ਜਿੱਥੋਂ ਬੱਚੇ
ਸਟੇਟ ਵੀ ਖੇਡਣਗੇ, ਨੈਸ਼ਨਲ ਵੀ ਖੇਡਣਗੇ ਔਰ ਇੰਟਰਨੈਸ਼ਨਲ ਵੀ ਖੇਡਣਗੇ, ਕਿਉਂਕਿ ਜਿਹੜੇ ਪ੍ਰਬੰਧ ਕਰਾਏ ਜਾ ਰਹੇ ਇੱਥੇ ਉਹ ਇੰਟਰਨੈਸ਼ਨਲ ਮਿਆਰਾਂ ਨੂੰ ਧਿਆਨ 'ਚ ਰੱਖ ਕੇ ਉਹ ਪ੍ਰਬੰਧ ਕਰਾਏ ਜਾ ਰਹੇ ਨੇ। ਜੇ ਤੁਹਾਡੇ ਵੱਲੋਂ ਕਿਹਾ ਜਾਵੇ ਤੁਸੀਂ ਕਿੰਨੇ % ਤੱਕ ਵਿਕਾਸ ਜਿਹੜਾ ਆਪਣੇ ਹਲਕੇ ਦਾ ਕਰਾ ਚੁੱਕੇ ਹੋ? ਇਹਦੇ 'ਚ ਪਰਸੈਂਟੇਜ ਦੀ ਗੱਲ ਮੈਂ ਨਹੀਂ ਕਰ ਸਕਦਾ, ਹਾਂ, ਪਰ ਜਿਹੜੇ ਜੋ ਵੀ ਵੱਧ ਤੋਂ ਵੱਧ ਕੰਮ ਸੀਗੇ ਅਸੀਂ ਸਾਰੇ ਉਹਨਾਂ 'ਤੇ ਤਰਜੀਹ ਦਿੱਤੀ ਆ। ਕਈ ਔਨਗੋਇੰਗ ਪ੍ਰੋਜੈਕਟਸ ਨੇ, ਕਈ ਹੋ ਕੇ ਮੁਕੰਮਲ ਹੋ ਗਏ ਨੇ ਅਤੇ ਕਈ ਹਜੇ ਆਪਣੀ ਰਫਤਾਰ 'ਤੇ ਚੱਲਦੇ ਪਏ ਨੇ। ਪਰ ਵੇਖੋ, ਡਿਵੈਲਪਮੈਂਟ ਇੱਕ ਇਹੋ ਜਿਹੀ ਚੀਜ਼ ਆ, ਤੁਸੀਂ ਕਿਸੇ ਦੁਨੀਆ ਦੇ ਕਿਸੇ ਕੋਨੇ 'ਚ ਚੱਲ ਜਾਓਗੇ ਅਤੇ ਡਿਵੈਲਪਮੈਂਟ ਹਮੇਸ਼ਾ ਹੀ ਹੁੰਦੀ ਰਹਿਣੀ ਹੈ। ਤੁਸੀਂ ਇੱਕ ਨਵੀਂ ਕੋਠੀ ਬਣਾ ਕੇ ਤਿਆਰ ਕਰੋਗੇ ਅਤੇ ਸਾਲ ਬਾਅਦ ਉਹਦੇ ਵਿੱਚ ਵੀ ਜਿਹੜਾ ਉਹਦੀ ਜਿਹੜੀ ਟੁੱਟ ਭੱਜ ਹੋ ਗਈ, ਰਿਪੇਅਰ ਹੋ ਗਈ, ਜਿਹੜੀ ਮੇਨਟੇਨੈਂਸ ਆ ਇਹ ਲਗਾਤਾਰ ਚੱਲਦੀ ਰਹਿਣੀ ਹੈ। ਤੁਸੀਂ ਗੱਡੀ ਬ੍ਰਾਂਡ ਨਿਊ ਕਢਾ ਕੇ ਲੈ ਕੇ ਆਓਗੇ, ਜਿਹੜੇ ਮਰਜ਼ੀ ਬ੍ਰਾਂਡ ਦੀ ਕਢਾ ਲਓ, ਭਾਵੇਂ BMW ਦੀ ਕਢਾ ਲਓ, ਮਰਸੀਡੀਜ਼ ਦੀ ਕਢਾ ਲਓ, ਉਹ ਗੱਡੀ ਨੇ ਜਦੋਂ ਚੱਲਣਾ ਸੜਕ ਦੇ ਉੱਤੇ ਅਤੇ ਉਹਨੂੰ ਰਿਪੇਅਰ ਅਤੇ ਮੇਨਟੇਨੈਂਸ ਚਾਹੀਦੀ ਹੋਣੀ ਆ। ਸੋ ਇਸ ਕਰਕੇ ਜਿਹੜਾ ਤਰੱਕੀ ਦਾ ਕੰਮ ਆ, ਜਿਹੜਾ ਤੁਸੀਂ ਸਿਵਲ ਵਰਕਸ ਦੀ ਗੱਲ ਕਰਦੇ ਹੋ, ਇਹ ਲਗਾਤਾਰ ਹੀ ਚੱਲਦੇ ਰਹਿਣੇ ਆ। ਇਹ ਕਦੀ 100% ਮੁਕੰਮਲ ਹੋ ਹੀ ਨਹੀਂ ਸਕਦੇ, ਔਨਗੋਇੰਗ ਪ੍ਰੋਸੈਸ ਹੈ, ਚੱਲਦਾ ਰਹਿਣਾ। ਪਰ ਜੇ ਗੱਲ ਕੀਤੀ ਜਾਵੇ ਤੁਹਾਡੇ ਹਲਕੇ ਦੇ ਵਿੱਚ ਇੱਕ ਐਸਾ ਏਰੀਆ ਹੈ, ਜਦੋਂ ਤੁਸੀਂ ਅਕਾਲੀ ਦਲ 'ਚ ਸੀ ਉੱਥੇ ਵੀ ਡਿਵੈਲਪਮੈਂਟ ਦੀ ਤੁਸੀਂ ਸ਼ੁਰੂਆਤ ਕੀਤੀ ਸੀ, ਸੁਲਤਾਨਵਿੰਡ ਪਿੰਡ, ਉਹ ਹਜੇ ਵੀ ਡਿਵੈਲਪਮੈਂਟ ਵੱਲੋਂ ਕਾਫੀ ਜ਼ਿਆਦਾ ਕਿਹਾ ਜਾ ਸਕਦਾ ਪਿਛੜਾ ਹੈਗਾ। ਲੋਕ ਹਜੇ ਵੀ ਕਹਿੰਦੇ ਨੇ ਕਿ ਵਿਧਾਇਕ ਨੇ ਵਾਅਦੇ ਜ਼ਰੂਰ ਕੀਤੇ ਸਨ ਪਰ ਉੱਥੇ ਵਿਕਾਸ ਨਹੀਂ ਹੋਇਆ। ਤੁਸੀਂ ਜਾ ਕੇ ਵੇਖੋ ਜਿਹੜਾ ਪ੍ਰੋਜੈਕਟ ਉੱਥੇ ਹੈਗਾ, ਉਸ ਪਹਿਲੇ ਤਾਂ ਇਹ ਜਾ ਕੇ ਵੇਖੋ ਵੀ ਸੀਵਰ ਉੱਥੇ ਸੀਗਾ ਪਹਿਲੇ, ਅੱਜ ਸੀਵਰ ਪੈ ਚੁੱਕਾ। ਵਾਟਰ ਸਪਲਾਈ ਸੀਗੀ, ਅੱਜ ਵਾਟਰ ਸਪਲਾਈ ਪੈ ਚੁੱਕੀ ਆ। ਠੀਕ ਆ, ਹੁਣ ਸੀਵਰ ਅਤੇ ਵਾਟਰ ਸਪਲਾਈ ਪੈਣ ਤੋਂ ਬਾਅਦ ਉਹਦਾ ਇੱਕ ਆਪਣਾ ਸਮਾਂ ਹੈਗਾ, ਜਦੋਂ ਉਹ ਸੈਟਲ ਡਾਊਨ ਹੋਏਗਾ ਉਹਦੇ ਬਾਅਦ ਹੀ ਉਹਦੇ ਉੱਤੇ ਕੁਝ ਅਸੀਂ ਕਰ ਸਕਦੇ ਹਾਂ। ਜੇ ਉਹਨੂੰ ਪੂਰਾ ਟਾਈਮ ਨਾ ਦਿੱਤਾ ਜਾਵੇ ਸੀਵਰ ਪੈਣ ਤੋਂ ਬਾਅਦ, ਵਾਟਰ ਸਪਲਾਈ ਪੈਣ ਤੋਂ ਬਾਅਦ, ਤੇ ਉਹ ਬਹਿ ਜਾਏਗਾ। ਫਿਰ ਜੇ ਅਸੀਂ ਸਰਕਾਰ ਦਾ ਪੈਸਾ ਕਿਹਦਾ? ਜਨਤਾ ਦਾ ਪੈਸਾ। ਤੇ ਜੇ ਜਨਤਾ ਦਾ ਪੈਸਾ ਖਰਾਬ ਕਰਨਾ, ਮੈਂ ਸਿਰਫ ਆਪਣਾ ਕਹਿੰਦਾ ਕਿ ਸੀਵਰ ਪਾਤਾ ਤੇ ਦਵਾ ਦਾ ਇੱਥੇ ਪਾ ਦਿਓ ਤੇ ਉਹ ਸੜਕ ਬਹਿ ਜਾਏਗੀ, ਫਿਰ ਕੱਲ੍ਹ ਨੂੰ ਗੱਲ ਆਏਗੀ ਕਿ ਸਰਕਾਰ ਦਾ ਪੈਸਾ ਖਾਧਾ ਗਿਆ। ਸੋ ਅਸੀਂ ਉਹ ਚੀਜ਼ਾਂ ਵਿੱਚ ਨਹੀਂ ਜਾਂਦੇ। ਮੇਰਾ ਸੀਗਾ ਕਿ ਪ੍ਰੋਪਰ ਟਾਈਮ ਦਿੱਤਾ ਜਾਵੇ, ਟਾਈਮ ਦੇ ਕੇ, ਤਾਂ ਕਿ ਜਿਹੜਾ ਥੱਲੇ ਉਹ ਸੈਟਲਮੈਂਟ ਹੋ ਜੇ, ਤਾਂ ਉਹਦੇ ਉੱਤੇ ਸੜਕ ਬਹੁਤ ਜ਼ਿਆਦਾ ਏਰੀਆ ਅਸੀਂ, ਜੇ ਤੁਸੀਂ ਪੂਰਾ ਪਿੰਡ ਵੇਖੋਗੇ ਨਾ, ਤੁਸੀਂ ਸਿਰਫ ਮੇਨ ਰੋਡਾਂ 'ਤੇ ਨਾ ਘੁੰਮਿਓ, ਤੁਸੀਂ ਅੰਦਰ ਵੀ ਜਾ ਕੇ ਘੁੰਮਿਓ, ਬਹੁਤ ਜ਼ਿਆਦਾ ਸੀਸੀ ਫਲੋਰਿੰਗ ਦਾ ਕੰਮ ਅਸੀਂ ਸਿਰੇ ਲਾਤਾ। ਜਿੱਥੇ ਸੀਵਰ ਛੋਟੇ ਸੀਗੇ, ਜਿੱਥੇ ਮਿੱਟੀ ਬਹਿਣ ਦਾ ਇਸ਼ੂ ਇਹਨਾਂ ਨਹੀਂ ਸੀਗਾ, ਉੱਥੇ ਅਸੀਂ ਸੀਸੀ ਫਲੋਰਿੰਗ ਕਰਾਤੀ ਹੈ। ਪਰ ਜਿੱਥੇ ਸੀਵਰ ਬਹਿਣ ਦਾ ਡਰ ਆ ਕਿ ਜੇ ਇੱਥੇ ਅਸੀਂ ਸੜਕ ਪਾਤੀ ਤੇ ਸੜਕ ਬਹਿ ਜਾਏਗੀ, ਉੱਤੇ ਸਾਨੂੰ, ਮੈਂ ਬੁਲਾਰੀਆ ਉਹ 'ਚ ਕੁਝ ਨਹੀਂ ਕਰ ਸਕਦਾ। ਇਹ ਟੈਕਨੀਕਲ ਗੱਲਾਂ ਨੇ, ਸਾਨੂੰ ਟੈਕਨੀਕਲ ਗੱਲਾਂ ਨੂੰ ਟਾਈਮ ਦੇਣਾ ਪਏਗਾ। ਔਰ ਸਾਡੇ ਜਿਹੜੇ ਉੱਥੇ ਲੋਕ ਨੇ, ਲੋਕਾਂ ਨੂੰ ਵਿਚਾਰਿਆਂ ਨੂੰ ਪਰੇਸ਼ਾਨੀ ਜ਼ਰੂਰ ਆਉਂਦੀ ਆ, ਪਰ ਇਹ ਸਮਝਣਾ ਪਏਗਾ ਕਿ ਜੇ ਉੱਥੇ ਸੜਕ ਬਣਾਤੀ ਗਈ ਤੇ ਫਿਰ ਉਹ ਬਹਿ ਗਈ ਤੇ ਫਿਰ ਉਹਦਾ ਨੁਕਸਾਨ ਕਿਹਨੂੰ? ਪਰ ਇੱਕ ਨਸ਼ੇ ਦੀ ਜੇ ਗੱਲ ਕੀਤੀ ਜਾਵੇ, ਸੁਲਤਾਨਵਿੰਡ ਪਿੰਡ ਦੇ ਲੋਕ ਹੀ ਕਹਿੰਦੇ ਨੇ ਕਿ ਇੱਥੇ ਕਰਿਆਨੇ ਦੀ ਦੁਕਾਨ ਤੇ ਟੋਫੀਆਂ ਘੱਟ ਤੇ ਗੋਲੀਆਂ ਨਸ਼ੇ ਦੀਆਂ ਜ਼ਿਆਦਾ ਵਿਕਦੀਆਂ। ਉਸ ਨੂੰ ਰੋਕਣ ਵਾਸਤੇ ਕੋਈ ਪਲਾਨ ਤੁਹਾਡੇ ਵੱਲੋਂ ਤਿਆਰ ਕੀਤਾ ਗਿਆ ਜਾਂ ਕੋਈ ਕੋਸ਼ਿਸ਼ਾਂ ਕੀਤੀਆਂ ਗਈਆਂ ਤਾਂ ਕਿ ਨਸ਼ਾ ਮੁਕਤ ਉਸ ਪਿੰਡ ਨੂੰ ਹੀ ਕੀਤਾ ਜਾ ਸਕੇ? ਤੁਸੀਂ ਕਿਸੇ ਦੇ ਕਹਿਣ 'ਤੇ ਨਾ ਜਾਓ, ਕਿਉਂਕਿ ਕਈਆਂ ਨੇ ਕਈ ਗੱਲਾਂ ਕਰਨੀਆਂ ਹੁੰਦੀਆਂ ਨੇ। ਮੈਨੂੰ ਪਤਾ ਵਿਰੋਧੀਆਂ ਨੇ ਪਿੱਛੇ ਇੱਕ ਬੜਾ ਆਪਣੇ ਵੱਲੋਂ ਬੜਾ ਤੋੜਨ ਦੀ ਕੋਸ਼ਿਸ਼ ਕੀਤੀ ਆ। ਪਹਿਲੇ ਤਾਂ ਮੈਂ ਪੁੱਛਣਾ ਚਾਹਾਂਗਾ ਕਿ ਨਸ਼ਾ ਇੱਕ ਸਮਾਜਿਕ ਪ੍ਰੋਬਲਮ ਆ, ਔਰ ਸਮਾਜਿਕ ਦੇ ਨਾਲ ਨਾਲ ਇੱਕ ਮਾਨਸਿਕ ਪ੍ਰੋਬਲਮ ਵੀ ਹੈਗੀ ਆ। ਜੋ ਕਦਮ ਸਾਡੀ ਸਰਕਾਰ ਨੇ ਇਸ ਵਾਰੀ ਚੁੱਕੇ ਆ, ਜਿੰਨੇ ਅਸੀਂ ਸੈਂਟਰ ਬਣਾਏ ਸੀਗੇ, ਸੈਂਟਰਾਂ ਵਿੱਚ ਵੇਖੋ ਕਿੰਨੀ ਵੱਡੀ ਤਾਦਾਦ 'ਚ ਲੋਕਾਂ ਨੇ ਪਹੁੰਚਿਆ, ਆਪਣਾ ਇਲਾਜ ਵੀ ਕਰਾਇਆ। ਪਰ ਬਿਲਕੁਲ ਮੈਂ ਐਕਸੈਪਟ ਕਰਦਾ ਕਿ ਇਹ 100% ਪ੍ਰੋਬਲਮ ਨਾ ਖਤਮ ਹੋਈ ਆ, ਔਰ ਕੋਈ ਵੀ ਇਹਨੂੰ ਕਰ ਨਹੀਂ ਸਕਦਾ। ਮੈਂ ਹਕੀਕਤ ਦੀ ਗੱਲ ਕਹਿ ਰਿਹਾ। ਜਿਹੜੇ ਘਰਾਂ ਦੇ ਵਿੱਚ ਇਹ ਲੱਤ ਲੱਗੀ ਆ, ਉਹ ਬਹੁਤ ਆਰਥਿਕ ਤੌਰ ਤੋਂ ਵੀ ਪਿਛੜ ਜਾਂਦੇ ਆ। ਔਰ ਨੌਜਵਾਨ ਬਿਲਕੁਲ, ਮੈਂ ਇਹ 'ਚ ਕੋਈ ਦੋ ਰਾਇਆ ਨਹੀਂ ਹੈਗਾ, ਪਰ ਮੈਂ ਮਹਿਸੂਸ ਕਰਦਾ ਕਿ ਇਹ ਜਿਸ ਤਰ੍ਹਾਂ ਡਿਵੈਲਪਮੈਂਟ ਹਮੇਸ਼ਾ ਔਨਗੋਇੰਗ ਪ੍ਰੋਸੈਸ ਆ, ਉਸੇ ਤਰ੍ਹਾਂ ਸਮਾਜ ਨੂੰ ਉੱਤੇ ਚੁੱਕਣ ਦਾ ਵੀ ਔਨਗੋਇੰਗ ਪ੍ਰੋਸੈਸ ਹਮੇਸ਼ਾ ਚੱਲਦਾ ਰਹਿਣਾ। ਇਹ ਕੋਈ ਵੀ ਬੰਦਾ ਆ ਕੇ, ਕੋਈ ਵੀ ਸਰਕਾਰ ਆ ਕੇ ਇਹ ਨਹੀਂ ਕਹਿ ਸਕਦੀ ਕਿ ਅਸੀਂ 100% ਇਹਨੂੰ ਖਤਮ ਕਰ ਦਾਂਗੇ। ਔਰ ਕਿਆ ਕੈਪਟਨ ਅਮਰਿੰਦਰ ਸਿੰਘ ਨੇ ਝੂਠੀ ਸਹੁੰ ਖਾਧੀ ਸੀ ਕਿ 4 ਹਫ਼ਤਿਆਂ ਨਸ਼ਾ ਖਤਮ ਕਰ ਦਿਆਂਗੇ? ਜੇ ਉਹਨਾਂ ਨੇ ਖਾਧੀ ਸੀ ਤਾਂ ਉਹ ਚੱਲਦੇ ਵੀ ਗਏ। ਠੀਕ ਆ, ਮੈਂ ਕਹਿੰਦਾ ਵੀ ਕੋਈ ਵੀ ਚੀਜ਼ ਨੂੰ ਜੜ ਤੋਂ ਉਖਾੜ ਕੇ ਫੇਂਕਣ ਲਈ ਪਹਿਲੇ ਸਮਾਜ ਨੂੰ ਚੁੱਕਣ ਦੀ ਲੋੜ ਆ, ਔਰ ਸਾਡੀ ਸਰਕਾਰ ਉਸ ਦਿਸ਼ਾ ਵਿੱਚ ਚੱਲ ਪਈ ਹੋਈ ਆ। ਅਸੀਂ ਜੋ ਪਾਲਿਸੀਜ਼ ਲੈ ਕੇ ਆਏ ਹਾਂ ਗਰੀਬਾਂ ਨੂੰ ਸਹਾਰਾ ਦੇਣ ਲਈ, ਗਰੀਬਾਂ ਨੂੰ ਚੁੱਕਣ ਲਈ, ਚਾਹੇ ਉਹ ਬਿਜਲੀ ਦੇ ਵਿੱਚ ਦਰਾਂ ਦੇ ਵਿੱਚ ਕਮੀ ਹੋਵੇ, ਚਾਹੇ ਉਹ ਪੈਟਰੋਲ ਡੀਜ਼ਲ ਦੇ ਰੇਟਾਂ 'ਚ ਕਮੀ ਹੋਵੇ। ਇਹਨਾਂ ਚੀਜ਼ਾਂ ਦੇ ਨਾਲ ਕੀ ਹੁੰਦਾ ਵੀ ਘਰ ਦੇ ਵਿੱਚ
ਉન્નਤੀ ਆਉਂਦੀ, ਪੈਸਾ ਬਚਤ ਹੁੰਦੀ ਆ। ਔਰ ਜਦੋਂ ਘਰ ਦੇ ਵਿੱਚ ਪੈਸਾ ਬਚਦਾ ਹੈ ਤੇ ਇਕਨੋਮਿਕ ਜਿਹੜੀ ਆ ਆਰਥਿਕ ਖੁਸ਼ਹਾਲੀ ਆਉਂਦੀ ਆ। ਉਹਦੇ ਨਾਲ ਉਹ ਜਿਹੜੀਆਂ ਚੀਜ਼ਾਂ ਨੇ ਉਹ ਬੱਚੇ ਦਾ ਧਿਆਨ ਕਾਰੋਬਾਰ ਵਿੱਚ ਲੱਗ ਸਕਦਾ, ਬੱਚੇ ਦਾ ਧਿਆਨ ਹੋਰ ਕਿਸੇ ਕੰਮ 'ਚ ਲੱਗ ਸਕਦਾ। ਅਸੀਂ ਵੀ ਜਿਹੜਾ ਸਪੋਰਟਸ ਦਾ ਮੈਂ ਜਿਹੜਾ ਸਾਰਾ ਪ੍ਰੋਗਰਾਮ ਉਲੀਕਿਆ ਗਿਆ ਆ, ਜਿਹੜਾ ਸਪੋਰਟ ਸੈਂਟਰ ਬਣਾਇਆ ਗਿਆ ਜਾਂ ਬਣਾਇਆ ਜਾ ਰਿਹਾ ਹੈ, ਉਹਦਾ ਉਦੇਸ਼ ਹੀ ਇਹ ਹੈਗਾ ਕਿ ਬੱਚਿਆਂ 'ਚ ਜਿਹੜੀ ਊਰਜਾ ਹੈਗੀ ਆ ਇਹ ਨਕਾਰਾਤਮਕ ਪਾਸੇ ਨਾ ਜਾਵੇ, ਇਹ ਸਕਾਰਾਤਮਕ ਵਾਲੇ ਬੰਨੇ ਆਵੇ, ਨੈਗੇਟਿਵਿਟੀ ਤੋਂ ਪੋਜ਼ਿਟਿਵਿਟੀ ਵੱਲ ਆਵੇ। ਇਸ ਕਰਕੇ ਅਸੀਂ ਇਹ ਸਾਰਾ ਸਪੋਰਟ ਸੈਂਟਰ ਬਣਾਇਆ। ਮੈਂ ਤਾਂ ਕਹਾਂਗਾ ਕਿ ਤੁਸੀਂ ਉਹ ਇਮਾਰਤ ਬਣਦੀ ਪਈ ਆ, ਤੁਸੀਂ ਆਪ ਜਾ ਕੇ ਉਹਦੀ ਵੀਡੀਓਗ੍ਰਾਫੀ ਕਰੋ, ਤੁਹਾਨੂੰ ਆਪ ਪਤਾ ਲੱਗੇਗਾ ਵੀ ਕਿੰਨੀ ਮਜ਼ਬੂਤ ਇਮਾਰਤ ਬਣਦੀ ਪਈ ਆ ਔਰ ਆਉਣ ਵਾਲੇ ਸਮੇਂ 'ਚ ਉਹਦਾ ਕਿੰਨਾ ਫਾਇਦਾ ਹੋਏਗਾ। ਬੁਲਾਰੇ ਸਾਹਿਬ, ਮੈਨੂੰ ਯਾਦ ਆ 2017 ਦੀ ਚੋਣਾਂ ਤੋਂ ਪਹਿਲੇ ਤੁਸੀਂ ਇੱਕ ਬਿਗੁਲ ਵਜਾਇਆ ਸੀ ਅਕਾਲੀ ਦਲ ਦੇ ਖਿਲਾਫ ਭਗਤਾਂ ਵਾਲੇ ਡੰਪ ਨੂੰ ਲੈ ਕੇ, ਪਰ ਡੰਪ ਹਜੇ ਵੀ ਉੱਥੇ ਹੀ ਹੈ, ਉਸੇ ਤਰ੍ਹਾਂ ਹੀ ਹੈ। ਉਹ ਕਿਉਂ ਨਹੀਂ, ਉਹਦੀ ਪ੍ਰੋਬਲਮ ਕਦੋਂ ਤੱਕ ਜਿਹੜੀ ਹੈ ਉਹ ਖਤਮ ਹੋਏਗੀ? ਲੋਕਾਂ ਨੂੰ ਕਦੋਂ ਰਾਹਤ ਦੀ ਸਾਂਸ ਜਿਹੜੀ ਉੱਥੇ ਮਿਲੇਗੀ? ਗੁਸਾਈ ਸਾਹਿਬ, ਕਈ ਚੀਜ਼ਾਂ ਹੁੰਦੀਆਂ ਨੇ ਕਿ ਸਟੇਟ ਗਵਰਨਮੈਂਟ ਦੇ ਹੱਥ 'ਚ ਹੋਣ। ਜਦੋਂ ਮੈਂ ਬਿਗੁਲ ਵਜਾਇਆ ਸੀਗਾ ਉਦੋਂ ਸਟੇਟ ਗਵਰਨਮੈਂਟ ਵੀ ਅਕਾਲੀ ਦਲ ਦੀ ਸੀ ਤੇ ਸੈਂਟਰ ਵਿੱਚ ਵੀ ਉਦੋਂ ਇਹ ਜਿਹੜਾ ਅਕਾਲੀ ਦਲ ਔਰ ਬੀਜੇਪੀ ਹੈ, ਇਹਨਾਂ ਦਾ ਕੋਈ ਵਿਗਾੜ ਨਹੀਂ ਸੀਗਾ। ਇਹ ਉਦੋਂ 9 ਮਾਸ ਦਾ ਰਿਸ਼ਤਾ ਕਹਿੰਦੇ ਸੀਗੇ। ਮੈਂ 2 ਸਾਲ ਪਹਿਲੇ ਬਿਗੁਲ ਵਜਾਤਾ ਸੀਗਾ ਔਰ ਉਦੋਂ ਵੀ ਇਹਨਾਂ ਕੋਲ ਸੈਂਟਰ ਵੀ NGT ਤੋਂ ਕੰਮ ਕਰਵਾ ਸਕਦੇ ਸੀ, ਇਹਨਾਂ ਨੇ ਨਹੀਂ ਕਰਵਾਇਆ। ਸਾਡੀ ਸਰਕਾਰ ਸਟੇਟ ਵਿੱਚ ਜਦੋਂ ਦੀ ਬਣੀ ਆ, ਉਹ ਸੈਂਟਰ ਵਿੱਚ ਸਾਡੀ ਸਰਕਾਰ ਨਹੀਂ ਆਈ, ਸਾਡੀ ਸਟੇਟ ਦੀ ਸਰਕਾਰ ਆ। ਜਿਹੜਾ ਡੰਪ ਦਾ ਮਸਲਾ ਇਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕੋ ਆ ਔਰ NGT ਦੇ ਵਿੱਚ ਕਈ ਤਰ੍ਹਾਂ ਦੇ ਕੇਸ ਲੱਗੇ ਆ। NGT ਜਿਹੜੀ ਉਹ ਸਟੇਟ ਦੇ ਕਹਿਣ ਉੱਤੇ ਨਹੀਂ ਚੱਲਦੀ, ਜਦਕਿ ਸਾਡੇ ਵੱਲੋਂ ਕਈ ਤਰ੍ਹਾਂ ਦੇ ਰਿਮਾਈਂਡਰ ਦਿੱਤੇ ਗਏ, ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਗਈਆਂ, ਪਰ NGT ਨੇ ਉਹ ਆਪਣੀ ਗੱਲ ਦੇ ਉੱਤੇ ਅੜੇਗਾ। ਸੋ ਇਹ ਸੈਂਟਰ ਦਾ ਮਸਲਾ ਹੈਗਾ। ਜਿੱਥੋਂ ਤੱਕ ਸਟੇਟ ਦਾ ਕੰਮ ਸੀ ਅਸੀਂ ਉਹਨੂੰ ਧੱਕ ਕੇ ਪਿੱਛੇ ਕਰਾ ਸਕਦੇ ਸੀਗੇ। ਸੋ ਅਸੀਂ ਡੰਪ ਨੂੰ ਪਿੱਛੇ ਲੈ ਗਏ ਹਾਂ। ਤੁਸੀਂ ਜਾ ਕੇ ਉੱਥੇ ਮੌਕੇ 'ਤੇ ਵੇਖੋ, ਉੱਥੇ ਘੱਟੋ ਘੱਟ 2 ਏਕੜ ਜਿਹੜਾ ਜਗ੍ਹਾ ਖਾਲੀ ਹੋ ਗਈ ਆ ਜਿਹੜੀ ਪਾਪੂਲੇਸ਼ਨ ਦੇ ਵੱਲ ਸੀਗੀ, ਔਰ ਉੱਥੇ ਕੰਕਰੀਟ ਸਲੈਬ ਪੈ ਗਈ ਆ। ਹੁਣ ਜਿੰਨਾ ਕੂੜਾ ਆ ਰਿਹਾ ਸਾਇੰਟੀਫਿਕ ਤਰੀਕੇ ਦੇ ਨਾਲ ਉਹਦੀ ਸੈਗਰੀਗੇਸ਼ਨ ਹੋ ਰਹੀ ਆ, ਉਹਨੂੰ ਅਲੱਗ ਕੀਤਾ ਜਾ ਰਿਹਾ। ਔਰ ਜਿਹੜਾ ਪਹਾੜ ਲੱਗਾ ਪਿਆ ਉਹ ਹੁਣ ਕੂੜੇ ਦਾ ਨਹੀਂ ਆ, ਉਹ ਪਲਾਸਟਿਕ ਦਾ, ਜਿਹੜਾ ਕੂੜੇ ਵਿੱਚੋਂ ਪਲਾਸਟਿਕ ਕੱਢ ਕੇ ਸਾਈਡ 'ਤੇ ਕਰ ਦਿੱਤਾ ਗਿਆ। ਔਰ ਉਹ ਕੰਪਨੀ ਦੀ ਗੱਲ ਜਲਦੀ ਹੋ ਰਹੀ ਆ, ਉਹ ਪਲਾਸਟਿਕ ਦਾ ਪਹਾੜ ਵੀ ਜਿਹੜਾ ਉੱਥੋਂ ਜਲਦ ਹਟਾਇਆ ਜਾਏਗਾ, ਤਾਂ ਕਿ ਸੀਮੈਂਟ ਦੇ ਵਿੱਚ ਮੈਨੂੰ ਪਤਾ ਲੱਗਾ ਸੀਗਾ, ਮੈਨੂੰ ਅਫਸਰਾਂ ਨੇ ਦੱਸਿਆ ਸੀ ਕਿ ਸੀਮੈਂਟ ਦੀਆਂ ਫੈਕਟਰੀਆਂ ਨਾਲ ਗੱਲ ਚੱਲ ਰਹੀ ਆ ਔਰ ਉਹ ਜਲਦ ਹੀ ਉਹਨੂੰ ਬੂਰਾ ਬਣਾ ਕੇ ਉਹਦਾ ਤੇ ਸੀਮੈਂਟ ਦੀਆਂ ਫੈਕਟਰੀਆਂ ਨੂੰ ਵੇਚ ਦਿੱਤਾ ਜਾਏਗਾ। ਸੋ ਜਿਹੜਾ ਕੂੜੇ ਦੀ ਪ੍ਰੋਬਲਮ ਆ ਉਹ ਅਸੀਂ ਉਹਦੇ ਲਈ ਸੰਜੀਦਾ ਹੈਗੇ ਆ ਔਰ ਕੋਸ਼ਿਸ਼ ਆ ਕਿ ਜਲਦ ਤੋਂ ਜਲਦ ਇਹਦਾ ਵੀ ਪੂਰਾ ਪ੍ਰੋਪਰ ਤਰੀਕੇ ਨਾਲ ਸਮਾਧਾਨ ਹੋ ਜਾਏ। ਪਰ ਜੇ ਗੱਲ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੁਹਾਡੇ 'ਤੇ ਇਲਜ਼ਾਮ ਇੱਕ ਲਗਾਇਆ ਗਿਆ ਕਿ ਤੁਸੀਂ ਉੱਥੇ ਜਿਹੜਾ ਰਸਤਾ ਜਿਹੜਾ ਇੰਪਰੂਵਮੈਂਟ ਟਰਸਟ ਦੇ ਨਾਲ ਮਿਲ ਕੇ ਕਰੋੜਾਂ ਦੀ ਜਗ੍ਹਾ ਜਿਹੜੀ ਹੈਗੀ ਆ, ਕਰੋੜਾਂ ਦਾ ਪ੍ਰੋਜੈਕਟ ਇੰਪਰੂਵਮੈਂਟ ਟਰਸਟ ਕੋਲੋਂ ਲੈ ਲਿਆ, ਆਪਣੀ ਜਿਹੜੀ ਕਲੋਨੀ ਆ ਤੁਸੀਂ ਉੱਥੇ ਕੱਢਣ ਲੱਗੇ ਹੋ। ਇਲਜ਼ਾਮ ਇਸ ਤਰ੍ਹਾਂ ਲਾਇਆ, ਲੈਂਡ ਮਾਫੀਆ ਤੱਕ ਤੁਹਾਨੂੰ ਇਹ ਕਹਿ ਦਿੱਤਾ ਗਿਆ ਤਲਵੀਰ ਗਿੱਲ ਵੱਲੋਂ। ਤੁਹਾਡਾ ਇੱਥੇ ਕੀ ਕਹਿਣਾ? ਇਹ ਵੇਖੋ, ਕੋਈ ਮੁੰਗੇਰੀ ਲਾਲ ਦੇ ਸੁਪਨੇ ਲੈ ਕੇ ਜਿੰਨਾ ਮਰਜ਼ੀ ਕਿਸੇ ਚੀਜ਼ ਨੂੰ ਵੱਡਾ ਕਰ ਲਓ, ਠੀਕ ਆ। ਸਗੋਂ ਮੇਰੇ ਕੋਲ ਤੇ ਸਾਰਾ ਜਿਹੜਾ ਭਗਤਾਂ ਵਾਲਾ ਐਸੋਸੀਏਸ਼ਨ ਆ, ਭਗਤਾਂ ਵਾਲਾ ਗ੍ਰੇਨ ਮਾਰਕੀਟ ਐਸੋਸੀਏਸ਼ਨ ਆ, ਇਹ ਮੇਰੇ ਕੋਲ ਤਕਰੀਬਨ 2-2.5 ਸਾਲ ਪਹਿਲੇ ਆਏ ਸੀਗੇ। ਪਹਿਲੇ ਇਹ ਗਏ ਸੀਗੇ ਸਰਕਾਰੀਆ ਸਾਹਿਬ ਕੋ, ਕਿਉਂਕਿ ਸਰਕਾਰੀਆ ਸਾਹਿਬ ਦੇ ਇਹ ਪਿੰਡਾਂ ਦੇ ਹੈਗੇ ਆ ਔਰ ਸਰਕਾਰੀ ਸਾਹਿਬ ਪਹਿਲੇ ਕਿਸੇ ਟਾਈਮ ਦੇ ਉੱਤੇ ਮੰਡੀ ਬੋਰਡ ਦੇ ਚੇਅਰਮੈਨ ਰਹੇ ਸੀਗੇ। ਉਹਨਾਂ ਨੇ ਇਹਨਾਂ ਨੂੰ ਮੇਰੇ ਕੋਲ ਘੱਲਿਆ ਸੀਗਾ ਕਿ ਤੁਸੀਂ ਹਲਕਾ ਉਹਨਾਂ ਦਾ ਪੈਂਦਾ, ਉਹਨਾਂ ਨਾਲ ਜਾ ਕੇ ਗੱਲ ਕਰੋ। ਮੇਰੇ ਕੋਲ ਆਏ ਤੇ ਮੈਂ ਇਹਨਾਂ ਦੀ ਸਮੱਸਿਆ ਚੰਗੀ ਤਰ੍ਹਾਂ ਵਿਛਾ ਕੇ ਚੰਗੀ ਤਰ੍ਹਾਂ ਸਮਝੀ ਔਰ ਮੈਂ ਅਫਸਰਾਂ ਨੂੰ ਬੁਲਾ ਕੇ ਪੁੱਛਿਆ ਵੀ ਇਹ ਕੀ ਕਰ ਸਕਦੇ ਆ। ਸੋ ਉੱਥੇ ਜਦੋਂ ਸਟੱਡੀ ਕੀਤਾ ਗਿਆ ਤੇ ਬਹੁਤ ਹੀ ਵਧੀਆ ਇਹਦਾ ਹੱਲ ਨਿਕਲਦਾ ਸੀਗਾ, ਕਿਉਂਕਿ ਜ਼ਿਮੀਂਦਾਰ ਜਿੰਨੇ ਵੀ ਸੀਗੇ ਉਹ ਸਾਰੇ ਦੇ ਸਾਰੇ ਸਹਿਮਤ ਸੀਗੇ ਭਗਤਾਂ ਵਾਲਾ ਐਸੋਸੀਏਸ਼ਨ ਦੇ ਨਾਲ। ਔਰ ਵੱਡੀ ਗੱਲ ਇਹ ਆ ਕਿ ਜ਼ਿਮੀਂਦਾਰ ਆਪ ਆਏ ਔਰ ਆਪ ਆ ਕੇ ਉਹਨਾਂ ਨੇ ਆਖਿਆ ਵੀ ਅਸੀਂ ਇਹ ਜ਼ਮੀਨ ਸੜਕ ਬਣਾਉਣ ਲਈ ਦੇ ਸਕਦੇ ਹਾਂ। ਸੋ ਬੜੀ ਵਧੀਆ ਇੱਕ ਪਲਾਨ ਸਾਰਾ ਬਣਿਆ ਔਰ ਰਾਹ ਦੇ ਵਿੱਚ ਕਈ ਮਕਾਨ ਵੀ ਆਉਂਦੇ ਸੀਗੇ। ਸੋ ਜਦੋਂ ਪਤਾ ਲੱਗਾ ਕਿ ਮਕਾਨ ਤੇ ਨਹੀਂ ਨਾ ਜ਼ਿਮੀਂਦਾਰ ਦੇ ਸਕਦੇ, ਜ਼ਿਮੀਂਦਾਰ ਤੇ ਆਪਣੀ ਜ਼ਮੀਨ ਦੇ ਸਕਦੇ ਆ, ਫਿਰ ਭਗਤਾਂ ਵਾਲਾ ਐਸੋਸੀਏਸ਼ਨ ਨਾਲ ਦੁਬਾਰਾ ਮੀਟਿੰਗ ਕੀਤੀ ਗਈ ਔਰ ਉਹਨਾਂ ਦੇ ਨਾਲ ਡਿਸਕਸ਼ਨ ਹੋਈ ਵੀ ਇਹਨਾਂ ਦਾ ਕੀ ਕਰ ਸਕਦੇ ਆ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਭਗਤਾਂ ਵਾਲਾ ਐਸੋਸੀਏਸ਼ਨ ਨੇ ਸਾਰੇ ਮਕਾਨ ਆਪਣੇ ਖਰਚੇ ਉੱਤੇ ਖਰੀਦੇ ਔਰ ਅੱਜ ਦੀ ਡੇਟ ਉੱਤੇ ਉਹ ਸਾਰਾ ਪ੍ਰੋਜੈਕਟ ਅਸੀਂ ਇੰਪਰੂਵਮੈਂਟ ਟਰਸਟ ਤੋਂ ਬੜਾ ਵਧੀਆ ਤਰੀਕੇ ਨਾਲ ਸਿਰੇ ਲਾ ਲਿਆ। ਦੁਸ਼ਮਣ ਬਾਤ ਕਰੇ ਅਨਹੋਨੀ, ਦੁਸ਼ਮਣ ਨੇ ਤੇ ਆਪਣੀ ਗੱਲ ਕਰੀ ਜਾਣੀ ਹੈ। ਜਿਹੜਾ ਇਲਜ਼ਾਮ ਲਾ ਰਹੇ ਆ ਕਿ ਇੱਕ ਵੀ ਡਾਕੂਮੈਂਟ ਉਹਨੂੰ ਪ੍ਰੂਵ ਕਰਨ ਨਹੀਂ ਲੱਗਾ। ਪਰ ਉਹ ਕੁਝ
ਕੁਝ ਇਹ ਵੀ ਕਹਿ ਰਹੇ ਸੀ ਕਿ ਤੁਹਾਡੇ ਮਦਰ ਦੇ ਨਾਂ ਤੇ ਜ਼ਮੀਨ ਖਰੀਦੀ ਗਈ ਆ, ਉਹ ਹੁਣ ਕਰੋੜਾਂ ਦੇ ਭਾਅ ਨਾਲ ਕਲੋਨੀਆਂ ਬਣਾ ਕੇ ਉਹ ਕੱਟੀਆਂ ਜਾਣਗੀਆਂ। ਇਹਦੇ ਬਾਰੇ ਉਹ ਕੁਝ ਡਾਕੂਮੈਂਟਸ ਵੀ ਉਹ ਦਿਖਾ ਰਹੇ ਸੀ, ਪਰ ਆਪਾਂ ਜਦੋਂ ਤੱਕ ਤੁਹਾਡੇ ਨਾਲ ਗੱਲ ਨਹੀਂ ਕਰਦੇ ਉਦੋਂ ਤੱਕ ਉਹ ਦਿਖਾਉਣ ਦਾ ਕੋਈ ਫਾਇਦਾ ਨਹੀਂ ਸੀ। ਇਸੇ ਲਈ ਕਈ ਦਿਨਾਂ ਤੋਂ ਆਪਾਂ ਕੋਸ਼ਿਸ਼ ਕਰ ਰਹੇ ਸੀ ਤੁਹਾਡੇ ਨਾਲ ਗੱਲ ਹੋ ਜਾਏ। ਹੁਣ ਉਹ ਇਲਜ਼ਾਮ ਜਿਹੜਾ ਉਹਨਾਂ ਨੇ ਲਾਇਆ, ਉਹ ਡਾਕੂਮੈਂਟ ਜੇ ਦਿਖਾ ਰਹੇ ਆ ਜਾਂ ਕੁਝ ਕਰ ਰਹੇ ਨੇ, ਉਹਨਾਂ 'ਤੇ ਕੀ ਕਹਿਣਾ ਚਾਹੁੰਦੇ ਤੁਸੀਂ? ਗੁਸਾਈ ਸਾਹਿਬ, ਡਾਕੂਮੈਂਟ ਕੀ ਦਿਖਾ ਰਹੇ ਨੇ? ਕਿੰਨੀ ਜਗ੍ਹਾ ਦੇ ਡਾਕੂਮੈਂਟ ਦਿਖਾ ਰਹੇ ਨੇ? ਜਦੋਂ ਮਕਾਨ ਐਸੋਸੀਏਸ਼ਨ ਨੇ ਖਰੀਦ ਲਏ, ਜਗ੍ਹਾ ਜ਼ਮੀਂਦਾਰਾਂ ਨੇ ਖਰੀਦ ਲਈ, ਹਲਕਾ ਮੇਰਾ ਹੈਗਾ ਔਰ ਮੈਨੂੰ ਪਤਾ ਕਿ ਇਸ ਪ੍ਰੋਜੈਕਟ ਦਾ ਫਾਇਦਾ ਕਿੰਨਾ ਹੋਣਾ। ਇੱਕ ਵਿੱਚ ਪੱਠਾ ਸੀਗਾ, ਜਿਹੜਾ ਪੱਠਾ ਮਾਲਕ ਮੰਨ ਨਹੀਂ ਰਿਹਾ ਸੀ ਕਿ ਮੈਂ ਫ੍ਰੀ ਨਹੀਂ ਦੇਣੀ। ਐਸੋਸੀਏਸ਼ਨ ਮੇਰੇ ਕੋਲ ਚੱਲ ਕੇ ਦੁਬਾਰਾ ਆਈ, ਮੈਨੂੰ ਕਹਿੰਦੀ ਵੀ ਇਹ ਜਗ੍ਹਾ ਅਸੀਂ ਸਾਨੂੰ ਪੱਠੇ ਵਾਲਾ ਮੰਨ ਨਹੀਂ ਰਿਹਾ, ਫ੍ਰੀ ਨਹੀਂ ਦੇ ਰਿਹਾ। ਤੇ ਮੈਂ ਉਹਦੇ ਵਿੱਚ ਆਖਿਆ ਮੈਨੂੰ ਕੀ ਫਰਕ ਪੈਣਾ, ਮੈਂ ਕਿਹਾ ਮੈਂ ਖਰੀਦ ਲੈਣਾ। ਔਰ ਮੈਂ ਮੇਰੇ ਮਦਰ ਦੇ ਨਾਂ ਦੇ ਉੱਤੇ ਖਰੀਦੀ। ਮੈਂ ਕਿਹਾ ਇਹਨੂੰ ਰਾਹ ਲੱਗਣਾ ਚਾਹੀਦਾ, ਵੀ ਤੁਹਾਡਾ ਰਾਹ ਸਿਰਫ ਇੱਕ ਬੰਦੇ ਕਰਕੇ ਨਹੀਂ ਰੁਕਣਾ ਚਾਹੀਦਾ। ਔਰ ਮੈਂ ਤੇ ਹਮੇਸ਼ਾ ਕੋਈ ਵੀ ਕੰਮ ਹੋਵੇ ਮੈਂ ਹਮੇਸ਼ਾ ਕੰਟਰੀਬਿਊਟ ਕਰਨ ਲਈ ਤਿਆਰ ਹਾਂ, ਠੀਕ ਆ। ਜਦੋਂ ਕੋਈ ਚੰਗਾ ਕੰਮ ਹੈਗਾ ਉਹਨੂੰ ਸਿਰੇ ਲਾਉਣ ਲਈ ਮੈਨੂੰ ਆਪਣੇ ਕੋਲੋਂ ਵੀ ਪੈਸਾ ਲਾਉਣਾ ਪਏਗਾ, ਆਪਣੇ ਹਲਕੇ 'ਚ ਡਿਵੈਲਪਮੈਂਟ ਲਈ, ਤੇ ਮੈਂ ਲਾਵਾਂਗਾ ਔਰ ਮੈਂ ਲਾਇਆ। ਇਹਦੇ 'ਚ ਕੀ ਮੈਂ ਗਲਤ ਕੀਤਾ? ਮੈਂ ਫੈਸਿਲੀਟੇਟ ਕੀਤਾ ਕਿ ਪ੍ਰੋਜੈਕਟ ਥਰੂ ਹੋਵੇ। ਇਹਦੇ ਵਿੱਚ ਜੇ ਛੋਟੀ ਮੋਟੀ ਬਾਧਾ ਆਈ ਆ ਤੇ ਮੈਂ ਸક્ષਮ ਹੈਗਾ, ਪਰਮਾਤਮਾ ਨੇ, ਪਰਮੇਸ਼ਵਰ ਨੇ ਮੈਨੂੰ ਸક્ષਮ ਬਣਾਇਆ। ਮੈਂ ਖਰਚਾ ਕਰਕੇ ਆਪਣੀ ਜੇਬ ਵਿੱਚੋਂ ਵੀ ਇਸ ਸਮਰੱਥ ਹੈਗਾ ਕਿ ਮੈਂ ਕੋਈ ਵੀ ਵੱਡਾ ਪ੍ਰੋਜੈਕਟ ਮੇਰੇ ਹਲਕੇ 'ਚ ਆਉਂਦਾ ਤੇ ਮੈਂ ਉਹਨੂੰ ਸਿਰੇ ਲਾਵਾਂ। ਸੋ ਮੈਂ ਕੀਤਾ, ਇਹ 'ਚ ਕੀ ਗਲਤ ਕੀਤਾ? ਪਰ ਇੱਕ ਹੋਰ ਚੀਜ਼ ਹੈ, ਜਿਵੇਂ ਤੁਹਾਡੇ ਪੀਏ ਤੇ ਇਲਜ਼ਾਮ ਲੱਗੇ ਸੀ, ਇੱਕ ਸੁਨਿਆਰੇ ਨੇ ਸੁਸਾਈਡ ਕਰ ਲਈ, ਕੇਸ ਚੱਲਿਆ। ਤਲਬੀਰ ਸਿੰਘ ਗਿੱਲ ਕੋਲੋਂ ਮੈਂ ਸਵਾਲ ਪੁੱਛਿਆ ਸੀ ਕਿ ਉਹਨਾਂ ਨੂੰ ਇਹ ਕਿਹਾ ਸੀ ਕਿ ਤਲਬੀਰ ਸਿੰਘ ਗਿੱਲ ਨੂੰ ਵਿਰੋਧੀ ਗੁੰਡਾ ਕਹਿੰਦੇ ਨੇ, ਪਰ ਉਹਨਾਂ ਨੇ ਅੱਗੋਂ ਪਲਟਵਾਰ ਤੁਹਾਡੇ ਤੇ ਕਰਤਾ ਕਿ ਗੁੰਡਾ ਮੈਂ ਨਹੀਂ ਹੈ, ਇੰਦਰਬੀਰ ਸਿੰਘ ਬੁਲਾਰੀਆ ਗੁੰਡਾ, ਜਿਹਦੇ ਕਾਰਨ ਇੰਨੇ ਬੰਦੇ ਮਰ ਗਏ, ਇੰਨਾ ਕੁਝ ਹੋ ਗਿਆ। ਤੁਹਾਡਾ ਇਸ 'ਤੇ ਕੀ ਕਹਿਣਾ? ਗੁਸਾਈਨ ਸਾਹਿਬ, ਤੁਸੀਂ ਵੀ ਸ਼ਹਿਰ 'ਚ ਵਿਚਰਦੇ ਜੇ, ਤੁਸੀਂ ਸ਼ਹਿਰੀਆਂ ਨੂੰ ਜਾ ਕੇ ਪੁੱਛੋ ਕਿ ਗੁੰਡਾ ਕੌਣ ਆ। ਮੈਨੂੰ ਕਹਿਣ ਦੀ ਲੋੜ ਹੀ ਨਹੀਂ ਆ। ਉਹ ਤੇ ਕਹਿ ਰਹੇ ਕਿ ਮੈਂ ਗੁੰਡਾ ਨਾ, ਮੈਨੂੰ ਕਿਸੇ ਨੂੰ ਕਹਿਣ ਦੀ ਲੋੜ ਹੀ ਨਹੀਂ ਆ। ਮੈਂ ਕਹਿੰਦਾ ਵੀ ਸਾਰੇ ਬਹੁਤ ਸ਼ਰੀਫ ਬੰਦੇ ਨੇ, ਔਰ ਖਾਸ ਤੌਰ 'ਤੇ ਅਕਾਲੀ ਦਲ ਬਾਰੇ ਇਹਨਾਂ ਵਰਗਾ ਸ਼ਰੀਫ ਬੰਦਾ ਹੀ ਕੋਈ ਨਹੀਂ ਹੈਗਾ। ਮੈਂ ਕਹਿੰਦਾ ਸ਼ਹਿਰ ਨੂੰ ਦੱਸਣ ਦੀ ਲੋੜ ਨਹੀਂ ਆ। ਪਰ ਉਹ ਇਹ ਵੀ ਕਹਿੰਦੇ ਨੇ ਕਿ ਜਿਨ੍ਹਾਂ ਨੇ ਸੁਸਾਈਡ ਕੀਤੀ, ਜਿਹੜੇ ਬੰਦੇ ਮਾਰੇ ਗਏ, ਉਹਨਾਂ ਦੇ ਘਰ ਭੋਗਾਂ ਤੱਕ ਤੇ ਤੁਸੀਂ ਨਹੀਂ ਗਏ, ਉਹਨਾਂ ਨਾਲ ਅਫਸੋਸ ਤੱਕ ਨਹੀਂ ਕੀਤਾ ਤੁਸੀਂ ਜੇ ਸਹੀ ਸੀ, ਤੁਹਾਡਾ ਪੀਏ ਗਲਤ ਸੀ, ਜੇ ਉਹਦੇ ਖਿਲਾਫ ਕੇਸ ਦਰਜ ਹੋਇਆ, ਤੁਸੀਂ ਸਹੀ ਸੀ, ਤੁਹਾਡੀ ਉਹਦੇ ਤੇ ਪਿੱਠ ਪਿੱਛੇ ਹੱਥ ਨਹੀਂ ਸੀ, ਤੁਹਾਨੂੰ ਉਹਨਾਂ ਨਾਲ ਜਾ ਕੇ ਅਫਸੋਸ ਤੇ ਕਰਨਾ ਚਾਹੀਦਾ ਸੀ। ਬਿਲਕੁਲ, ਮੈਂ ਉਹਨਾਂ ਦੇ ਘਰ ਜਾ ਕੇ ਅਫਸੋਸ ਕੀਤਾ, ਪਰ ਮੇਰਾ ਤੇ ਔਰ ਉਹਨਾਂ ਦੀ ਸੋਚ ਦਾ ਥੋੜ੍ਹਾ ਫਰਕ ਆ। ਮੈਂ ਕਿਸੇ ਚੀਜ਼ ਦਾ ਤਮਾਸ਼ਾ ਨਹੀਂ ਬਣਾਉਂਦਾ। ਮੇਰੀ ਆਦਤ ਆ, ਜਿਹੜੀ ਮੇਰੀ ਜੰਮਪਲ ਆ, ਜਿਹੜੀ ਮੇਰੀ ਸਿਖਲਾਈ ਆ ਪਰਿਵਾਰ ਵੱਲੋਂ, ਉਹ ਕਿਸੇ ਦੀ ਮੌਤ ਦਾ ਤਮਾਸ਼ਾ ਬਣਾਉਣ ਦੀ ਨਹੀਂ ਹੈਗੀ। ਮੈਂ ਕਦੀ ਵੀ ਨਹੀਂ ਬਣਾਇਆ ਔਰ ਨਾ ਹੀ ਮੈਂ ਤਮਾਸ਼ਿਆਂ 'ਚ ਵਿਸ਼ਵਾਸ ਰੱਖਦਾ। ਮੈਂ ਅੰਮ੍ਰਿਤਸਰ ਸ਼ਹਿਰ ਦਾ ਮੇਰਾ ਜੰਮਪਲ ਆ ਔਰ ਮੈਨੂੰ ਪਤਾ ਹੈ ਕਿ ਸ਼ਹਿਰੀ ਤਬੀਅਤ ਕੀ ਹੁੰਦੀ ਆ। ਸ਼ਹਿਰੀ ਲੋਕ ਕਿਸੇ ਵੀ ਚੀਜ਼ ਨੂੰ ਪਸੰਦ ਨਹੀਂ ਕਰਦੇ, ਇਹੋ ਜਿਹੇ ਤਮਾਸ਼ਿਆਂ ਨੂੰ ਤਾਂ ਬਿਲਕੁਲ ਹੀ ਪਸੰਦ ਨਹੀਂ ਕਰਦੇ। ਔਰ ਮੈਂ ਉਹਨਾਂ ਦੇ ਘਰ ਜਾ ਕੇ ਅਫਸੋਸ ਵੀ ਕੀਤਾ। ਮੈਂ ਉਹ ਲੜਕੇ ਦੇ ਫਾਦਰ ਨੂੰ ਵੀ ਮਿਲਿਆ, ਮੈਂ ਉਹਦੇ ਬ੍ਰਦਰ ਨੂੰ ਮਿਲਿਆ, ਔਰ ਮੇਰਾ ਖਿਆਲ ਪਿਕਚਰਸ ਵੀ ਹੋਣੀਆਂ, ਉਹ ਫੋਟੋਆਂ। ਹਾਂ, ਹਰ ਛੋਟੀ ਜਿਹੀ ਗੱਲ ਕਰਕੇ ਮੈਂ ਫੇਸਬੁੱਕ 'ਤੇ ਪਾ ਦਾਂ, ਹਰ ਛੋਟੀ ਜਿਹੀ ਗੱਲ ਕਰਕੇ ਮੈਂ ਉੱਥੇ 10 ਪ੍ਰੈਸ ਵਾਲੇ ਬੁਲਾ ਲਾਂ, ਅਤੇ ਮੇਰਾ ਤਮਾਸ਼ਾ ਕਰਨ ਦੀ ਆਦਤ ਨਹੀਂ ਹੈਗੀ। ਪਰ ਜੇ ਗੱਲ ਕੀਤੀ ਜਾਵੇ, ਜਿਹੜੇ ਚੈੱਕ ਵੰਡੇ ਗਏ ਨੇ, ਉਹਨੂੰ ਲੈ ਕੇ ਵੀ ਉਹਨਾਂ ਨੇ ਇਨਕੁਆਇਰੀ ਦੀ ਮੰਗ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ BDO ਦੇ ਦਫ਼ਤਰ, ਅਨਿਲ ਜੋਸ਼ੀ ਦੇ ਬੇਟੇ ਪਾਰਸ ਜੋਸ਼ੀ ਵੱਲੋਂ ਉੱਥੇ ਜਾ ਕੇ ਛਾਪੇਮਾਰੀ, ਸੋ ਕਾਲਡ ਛਾਪੇਮਾਰੀ ਵੀ ਉਹਨਾਂ ਨੇ ਕੀਤੀ। ਹਾਲਾਂਕਿ ਇਹ ਹੱਕ ਕਿਸੇ ਨੂੰ ਨਹੀਂ ਹੈ, ਸਰਕਾਰੀ ਦਫ਼ਤਰ ਸਰਕਾਰੀ ਅਫਸਰ ਹੀ ਉੱਥੇ ਛਾਪੇਮਾਰੀ ਕਰ ਸਕਦਾ। ਉਹ ਚੈੱਕਾਂ ਦਾ ਕੀ ਮਾਮਲਾ? ਕਿਉਂ BDO ਦੇ ਚੈੱਕ ਜਿਹੜੇ ਨੇ, ਉਹ BDO ਜੋ ਸਮਝ ਆਉਂਦਾ ਉਹ ਪਿੰਡਾਂ ਦੇ ਵਿਕਾਸ ਵਾਸਤੇ ਹੁੰਦੇ ਚੈੱਕ, ਪੈਸਾ ਉਹਦਾ, ਪਰ ਉਹ ਸ਼ਹਿਰੀ ਹਲਕੇ 'ਚ ਵੰਡੇ ਜਾ ਰਹੇ ਨੇ। ਔਰ ਇਲਜ਼ਾਮ ਇਹ ਵੀ ਲਾਇਆ ਜਾ ਰਿਹਾ ਕਿ ਜਿਹੜੇ ਹੱਕਦਾਰ ਲੋਕ ਨੇ, ਜੇ ਸ਼ਹਿਰ 'ਚ ਵੰਡਣੇ ਵੀ ਹੈ ਤੇ ਹੱਕਦਾਰ ਜਿਹੜੇ ਹੈਗੇ ਨੇ ਉਹਨਾਂ ਨੂੰ ਨਹੀਂ ਦਿੱਤੇ ਜਾ ਰਹੇ, ਆਪਣੇ ਵੋਟਰਾਂ ਨੂੰ, ਆਪਣੇ ਸਪੋਰਟਰਾਂ ਨੂੰ ਦਿੱਤੇ ਜਾ ਰਹੇ ਤਾਂ ਕਿ ਵੋਟ ਖਰੀਦੇ ਜਾਣ। ਭਾਜੀ, ਮੇਰਾ ਖਿਆਲ ਆ 5000 ਤੋਂ ਵੱਧ ਚੈੱਕ ਲੋਕਾਂ ਨੇ ਕੈਸ਼ ਹੋਏ ਨੇ। ਸੋ 5000 ਲੋਕਾਂ ਦੀ ਤੁਸੀਂ ਕੀ ਸਮਝੋਗੇ ਕਿ 5000 ਮੇਰੇ ਜਿਹੜੇ ਆ ਵਰਕਰ ਹੈਗੇ ਆ? ਕਿਸੇ ਵੀ ਹਲਕੇ ਦੇ ਵਿੱਚ 400-500 ਤੋਂ ਉੱਤੇ ਵਰਕਰ ਨਹੀਂ ਹੁੰਦਾ, ਕਿਸੇ ਪਾਰਟੀ ਦਾ ਵੀ। ਉਹਦੇ ਬਾਅਦ ਤੇ ਆਮ ਲੋਕ ਹੁੰਦੇ ਨੇ, ਆਮ ਜਿਹੜੇ ਰੋਜ਼ਮर्रा ਦੀ ਜ਼ਿੰਦਗੀ 'ਚ ਆਪਣੇ ਕੰਮ ਕਰਦੇ ਨੇ, ਉਹ ਹੁੰਦੇ ਨੇ। ਔਰ ਅਸੀਂ ਕੋਈ 50-50 ਹਜ਼ਾਰ ਦੇ ਚੈੱਕ ਤੇ ਦਿੱਤੇ ਨਹੀਂ ਆ, 10-10 ਹਜ਼ਾਰ ਦੇ ਦਿੱਤੇ ਆ, ਔਰ ਸਰਕਾਰ ਦੀ ਸਕੀਮ ਤਹਿਤ ਦਿੱਤੇ ਆ। ਸਰਕਾਰ ਦੀ ਸਕੀਮ ਸੀਗੀ ਜਿਹਦੇ ਵਿੱਚ ਅਸੀਂ ਜ਼ਰੂਰਤਮੰਦ ਨੂੰ 10,000 ਦਾ ਚੈੱਕ ਘਰ ਦੀ ਰਿਪੇਅਰ ਵਾਸਤੇ ਦੇ ਸਕਦੇ ਹਾਂ। ਸੋ ਮੈਂ ਘਰ ਦੀ ਰਿਪੇਅਰ ਵਾਸਤੇ 10,000 ਦਾ ਚੈੱਕ ਦਿੱਤਾ। ਉਹਦੀ ਜਿਹੜੀ ਮਰਜ਼ੀ ਇਨਕੁਆਇਰੀ ਕਰੇ। ਹਰ ਬੰਦੇ ਨੇ ਆਪਣਾ ਸੈਲਫ ਡਿਕਲੇਰੇਸ਼ਨ ਫਾਰਮ ਨਾਲ ਲਾਇਆ
ਆਪਣਾ ਬੈਂਕ ਖਾਤਾ ਨਾਲ ਲਾਇਆ। ਇਹ ਕੋਈ ਬੁਲਾਰੀਏ ਦੇ ਖਾਤੇ 'ਚ ਤੇ ਪੈਸੇ ਪਏ ਹੀ ਨਹੀਂ, ਇਹ ਤੇ ਉਸ ਬੰਦੇ ਦੇ ਖਾਤੇ 'ਚ ਪੈਸੇ ਪਏ ਆ ਜਿਹਨੇ ਸੈਲਫ ਡਿਕਲੇਰੇਸ਼ਨ ਫਾਰਮ ਨਾਲ ਲਾਇਆ ਕਿ ਮੈਨੂੰ ਘਰ ਦੀ ਮੁਰੰਮਤ ਵਾਸਤੇ 10,000 ਰੁਪਇਆ ਚਾਹੀਦਾ, ਤੇ ਬਿਲਕੁਲ ਅਸੀਂ ਦਿੱਤਾ। ਮੈਂ ਤੇ ਬਿਲਕੁਲ ਇਹ ਤੋਂ ਇਨਕਾਰ ਨਹੀਂ ਕਰਦਾ। ਸਰਕਾਰ ਦੀ ਸਕੀਮ ਸੀ ਔਰ ਪੰਜਾਬ ਨਿਰਮਾਣ ਦੀ ਸਕੀਮ ਸੀ, ਉਸ ਸਕੀਮ ਦੇ ਥੱਲੇ ਅਸੀਂ ਪੈਸੇ ਦਿੱਤੇ। ਪਰ ਜੇ ਗੱਲ ਕੀਤੀ ਜਾਵੇ ਵਿਰੋਧੀਆਂ ਦੀ ਗੱਲ ਹੋ ਗਈ, ਹੁਣ ਤੁਸੀਂ 3 ਸਾਲ ਤੋਂ 3 ਵਾਰ ਤੋਂ ਵਿਧਾਇਕ ਰਹੇ ਹੋ, ਕੁਝ ਐਸੇ ਕੰਮ ਹੈਗੇ ਆ, ਹੁਣ ਵੀ ਕੁਝ ਵਿਜ਼ਨ ਹੋਏਗਾ, ਹੁਣ ਲੋਕਾਂ ਦੇ ਵਿੱਚ ਵੀ ਜਾਣਾ, ਤੁਸੀਂ ਵਿਜ਼ਨ ਹੋਏਗਾ ਹਲਕੇ ਦੇ ਸਪੋਰਟਸ ਦਾ ਤੁਸੀਂ ਦੱਸਤਾ, ਉਸ ਤੋਂ ਇਲਾਵਾ ਹੋਰ ਕੀ ਵਿਜ਼ਨ ਹੈਗਾ ਤੁਹਾਡਾ ਜਿਹਦੇ ਨਾਲ ਲੋਕ ਵੀ ਤੁਹਾਨੂੰ ਸੰਗਤ ਦੁਬਾਰਾ ਮੌਕਾ ਦੇਵੇ ਔਰ ਤੁਸੀਂ ਉਹ ਵਿਜ਼ਨ ਦੇ ਮੁਤਾਬਕ ਵਿਕਾਸ ਜਿਹੜਾ ਹਲਕੇ ਦਾ ਹੋਰ ਕਰਵਾ ਸਕੋ? ਵੇਖੋ, ਸ਼ਹਿਰ ਦੇ ਵਿੱਚ ਜਿਹੜਾ ਨਾ ਅਨਫੋਰਚੂਨੇਟਲੀ ਜਗ੍ਹਾ ਘੱਟ ਹੋਣ ਕਰਕੇ ਸਾਡੇ ਕੋਲ, ਕਿਉਂਕਿ ਹਾਈਲੀ ਡੈਂਸਲੀ ਪੋਪੂਲੇਟਡ ਸ਼ਹਿਰ ਆ, ਸਾਡੇ ਕੋਲ ਜਗ੍ਹਾਵਾਂ ਨਹੀਂ ਹੈਗੀਆਂ ਜਿੱਥੇ ਅਸੀਂ ਕਈ ਨਵੀਆਂ ਚੀਜ਼ਾਂ ਕਰ ਸਕੀਏ। ਇਹ ਵੀ ਪ੍ਰੋਜੈਕਟ ਅਸੀਂ ਸਰਦਾਰ ਮਹਿੰਦਰ ਸਿੰਘ ਗੁਲਾਰੀਆ ਮੈਮੋਰੀਅਲ ਪਾਰਕ ਦੇ ਅੰਦਰ ਕਰਦੇ ਪਏ ਹਾਂ, ਔਰ ਇੱਥੇ ਵੀ ਜਗ੍ਹਾ ਦੇ ਬੜੇ ਕੰਸਟ੍ਰੇਂਟ ਸੀਗੇ ਕਿਉਂਕਿ ਇੱਥੇ ਰਵਾਇਤੀ ਰੁੱਖ ਲੱਗੇ ਆ, ਸਾਨੂੰ ਉਹ ਰੁੱਖਾਂ ਦਾ ਵੀ ਮਾਨ ਸਤਿਕਾਰ ਕਰਨਾ ਪੈਣਾ। ਅਸੀਂ ਨਹੀਂ ਚਾਹੁੰਦੇ ਇੱਕ ਵੀ ਰੁੱਖ ਦੀ ਕੋਈ ਉਹਨੂੰ ਕੱਟਿਆ ਜਾਵੇ, ਅਸੀਂ ਉਹਨਾਂ ਚੀਜ਼ਾਂ ਨੂੰ ਵੀ ਧਿਆਨ 'ਚ ਰੱਖ ਕੇ ਕਰਦੇ ਹਾਂ। ਪਰ ਫਿਰ ਵੀ ਇਹ ਉਹਨਾਂ ਰਿਸਟ੍ਰੇਨਸ ਦੇ ਬਾਵਜੂਦ ਜਿਹੜਾ ਪ੍ਰੋਜੈਕਟ ਅਸੀਂ ਲੈ ਕੇ ਆ ਰਹੇ ਹਾਂ ਆਪਣੇ ਆਪ ਦੇ ਵਿੱਚ ਇੱਕ ਬੜੀ ਲਾਮਿਸਾਲ ਮੀਲ ਪੱਥਰ ਸਾਬਤ ਹੋਏਗਾ। ਹੋਰ ਪ੍ਰੋਜੈਕਟ ਜਿਹੜੇ ਨੇ ਜੇ ਤੁਸੀਂ ਇੰਡੀਵਿਜੂਅਲ ਲੈਵਲ 'ਤੇ ਤਿਆਰ ਕਰਾਉਣ ਦੀ ਕੋਸ਼ਿਸ਼ ਕਰੋ, ਅਤੇ ਮੈਂ ਸਮਝਦਾ ਕਿ ਸਾਨੂੰ ਸਟੇਟ ਦਾ ਜਿਹੜਾ ਸਾਡਾ ਇੱਕ ਡਾਕੂਮੈਂਟ ਤਿਆਰ ਹੋਏਗਾ, ਇੱਕ ਵਿਜ਼ਨ ਦਾ ਡਾਕੂਮੈਂਟ ਤਿਆਰ ਹੋਏਗਾ, ਜਿਹੜਾ ਕਾਂਗਰਸ ਪਾਰਟੀ ਜਲਦ ਮੈਨੀਫੈਸਟੋ ਦੀ ਕਮੇਟੀ ਜਿਹੜੀ ਰਿਲੀਜ਼ ਕਰੇਗੀ, ਅਸੀਂ ਉਹਨੂੰ ਹੀ ਮੀਲ ਪੱਥਰ ਬਣਾ ਕੇ, ਉਹਨੂੰ ਹੀ ਅੱਗੇ ਲਾ ਕੇ, ਉਸ ਸੋਚ ਨੂੰ ਅੱਗੇ ਲਾ ਕੇ ਅਸੀਂ ਅੱਗੇ ਚੱਲਾਂਗੇ। ਪਰ ਫਿਰ ਪੋਲੀਟੀਕਲ ਸਵਾਲ ਇੱਕ ਹੋਰ ਆ ਗਿਆ, ਬਿਕਰਮ ਮਜੀਠੀਆ ਤੁਹਾਡੇ ਸਾਥੀ ਵੀ ਰਹੇ ਨੇ, ਤੁਸੀਂ ਉਹਨਾਂ ਦੇ ਨਾਲ ਰਹੇ, ਮੈਂ ਕਈ ਵਾਰੀ ਵੇਖਿਆ ਤੁਸੀਂ ਡਰਾਈਵ ਕਰਦੇ ਰਹੇ ਉਹਨਾਂ ਦੀ ਗੱਡੀ। ਹੁਣ ਉਹ ਉਹਨਾਂ ਦੇ ਖਿਲਾਫ FIR ਦਰਜ ਹੋਈ, ਅਗਾਊਂ ਜ਼ਮਾਨਤ 'ਤੇ ਉਹ ਰਿਹਾ ਹੋ ਕੇ ਆਏ, ਹੀਰੋ ਵਾਂਗੂ ਪੇਸ਼ ਕੀਤਾ ਜਾ ਰਿਹਾ ਉਹਨਾਂ ਨੂੰ। ਲੱਗਦਾ ਤੁਹਾਨੂੰ ਕਿ ਅਕਾਲੀ ਦਲ ਦੇ ਵਿੱਚ ਫਿਰ ਜਾਨ ਆ ਗਈ ਹੈ ਬਿਕਰਮ ਮਜੀਠੀਆ ਦੇ ਜ਼ਮਾਨਤ 'ਤੇ ਜ਼ਮਾਨਤ ਮਿਲਣ ਨਾਲੋਂ? ਵੇਖੋ, ਕਾਹਦਾ ਹੀਰੋ, ਮੈਂ ਤੇ ਚਲੋ ਮੈਂ ਤੇ ਕਹਿੰਦਾ ਵੀ ਮੈਂ ਤੇ ਜ਼ਿਆਦਾ ਹੁਣ ਇਹਦੇ ਉੱਤੇ ਗੱਲ ਟਿੱਪਣੀ ਨਹੀਂ ਕਰਦਾ। ਗੱਲ ਆ ਕਿ ਸਰਕਾਰ ਨੇ ਐਕਸ਼ਨ ਲਿਆ, ਸਰਕਾਰ ਕੋਰਟ ਨੇ ਆਪਣਾ ਕੰਮ ਕੀਤਾ, ਕੋਰਟ ਨੇ ਆਪਣੇ ਨਜ਼ਰੀਏ ਨਾਲ ਦੇਖਣਾ। ਅਸੀਂ ਮਾਣਯੋਗ ਅਦਾਲਤ ਦੇ ਫੈਸਲੇ ਨੂੰ ਜਿਹੜਾ ਉਹ ਸਾਰੇ ਮੰਨਦੇ ਆ, ਔਰ ਮਾਣਯੋਗ ਅਦਾਲਤ ਦਾ ਜਿਹੜਾ ਫੈਸਲਾ ਹੋਇਆ ਉਹ ਸਿਰ ਮੱਥੇ ਹੁੰਦਾ। ਸੋ ਠੀਕ ਆ, ਇਹ ਔਨਗੋਇੰਗ ਪ੍ਰੋਸੈਸ ਆ, ਉਹ ਕੋਰਟ ਨੇ ਬਰੀ ਥੋੜ੍ਹੀ ਕਰਤਾ, ਉਹ 'ਤੇ ਚੱਲਣਾ। ਹੁਣ ਜਦੋਂ ਕੇਸ ਚੱਲੇਗਾ ਉਹਦੇ ਵਿੱਚ ਜੇ ਬੇਗੁਨਾਹ ਹੋ ਕੇ ਆ ਜਾਣਗੇ ਤਾਂ ਬੇਗੁਨਾਹ ਹੋ ਕੇ ਆ ਜਾਣ। ਉਹਦੇ 'ਚ ਹਰਜਿੰਦਰ ਸਿੰਘ ਠੇਕੇਦਾਰ ਵੀ ਪੰਜਾਬ ਲੋਕ ਕਾਂਗਰਸ ਔਰ BJP ਦੇ ਗੱਠਜੋੜ ਨਾਲ ਹੁਣ ਤੁਹਾਡੇ ਸਾਹਮਣੇ ਹੋਣਗੇ, ਕੀ ਲੱਗਦਾ ਉਹ ਕਾਂਗਰਸ ਦਾ ਵੋਟ ਬੈਂਕ ਜਿਹੜਾ ਹੈਗਾ ਉਸ ਨੂੰ ਠੇਸ ਪਹੁੰਚਾਉਣ ਦੇ ਕਾਬਲ ਹੈਗੇ ਨੇ ਇੰਨਾ ਕਿ ਤੁਹਾਨੂੰ ਜਿਹਦੇ ਨਾਲ ਤੁਸੀਂ ਹਾਰ ਸਕੋ? ਵੇਖੋ, ਮੈਂ ਕਦੀ ਹੰਕਾਰ ਨਹੀਂ ਕੀਤਾ ਕਿਸੇ ਚੀਜ਼ ਦਾ, ਮੇਰੀ ਆਦਤ ਹੀ ਨਹੀਂ ਹੈਗੀ। ਮੈਂ ਤਾਂ ਜ਼ਿੰਦਗੀ ਦੇ ਵਿੱਚ ਆਪਣਾ ਕੰਮ ਕੀਤਾ, ਆਪਣਾ ਫੋਕਸ ਹੋ ਕੇ ਕੰਮ ਕਰਦਾ। ਮੈਂ ਇਹ ਨਹੀਂ ਵੇਖਦਾ ਵੀ ਅਕਾਲੀ ਦਲ ਕੀ ਕਰ ਰਹੀ ਹੈ, ਮੈਂ ਨਹੀਂ ਵੇਖਦਾ BJP ਕੀ ਕਰੇਗੀ, ਜਿਹੜੀ ਹੁਣ ਕੈਪਟਨ ਸਾਹਿਬ ਦੀ ਜਿਹੜੀ ਵੀ ਪਾਰਟੀ ਤੁਸੀਂ ਕਹਿ ਰਹੇ ਹੋ, ਠੇਕੇਦਾਰ ਸਾਹਿਬ ਜਿਹੜੇ ਵਿੱਚ ਸ਼ਾਮਲ ਹੋ ਰਹੇ ਉਹ ਕੀ ਕਰ ਰਹੇ। ਮੇਰਾ ਕਿਸੇ ਵੱਲ ਧਿਆਨ ਨਹੀਂ ਆ। ਹਾਂ, ਇਹ ਜ਼ਰੂਰ ਆ ਵੀ ਹਰ ਕਿਸੇ ਦਾ ਮੇਰੇ ਵੱਲ ਧਿਆਨ ਜ਼ਰੂਰ ਆ, ਮੇਰਾ ਕਿਸੇ ਵੱਲ ਧਿਆਨ ਨਹੀਂ ਆ। ਮੈਂ ਆਪਣਾ ਕੰਮ ਕਰ ਰਿਹਾ, ਫੋਕਸ ਹੋ ਕੇ ਕਰ ਰਿਹਾ, ਔਰ ਮੈਂ ਆਪਣਾ ਕੰਮ, ਮੈਨੂੰ ਪਤਾ ਕਿ ਕਿਸ ਤਰ੍ਹਾਂ ਕਰਨਾ, ਮੈਂ ਆਪਣਾ ਕੰਮ ਕਰਾਂਗਾ। ਔਰ ਮੈਨੂੰ ਪੂਰਾ ਵਿਸ਼ਵਾਸ ਆ ਕਿ ਜੋ ਕੰਮ ਅਸੀਂ ਪਿਛਲੇ 5 ਸਾਲਾਂ 'ਚ ਕੀਤੇ ਆ, ਜਨਤਾ ਉਹਨਾਂ ਕੰਮਾਂ ਨੂੰ ਧਿਆਨ 'ਚ ਰੱਖਦੇ ਹੋਏ ਪੂਰਾ ਤਗੜੇ ਹੋ ਕੇ ਸਾਥ ਦੇਣਗੇ। ਔਰ ਸਾਡਾ ਕਾਂਗਰਸ ਦਾ ਜਿਹੜਾ ਵਰਕਰ ਆ, ਉਹਨਾਂ ਦਾ ਮਨੋਬਲ ਪੂਰਾ ਇਹ ਚੜ੍ਹਦੀ ਕਲਾ 'ਚ ਹੈਗਾ। ਜਦੋਂ ਵਰਕਰ ਦਾ ਮਨੋਬਲ ਚੜ੍ਹਦੀ ਕਲਾ 'ਚ ਹੋਏ ਨਾ, ਤਾਂ ਇਹ ਚੰਗਾ ਸੰਕੇਤ ਆ। ਇਹਦਾ ਮਤਲਬ ਆ ਕਿ ਲੋਕ ਅੱਗੇ ਇੰਤਜ਼ਾਰ ਕਰ ਰਹੇ ਨੇ। ਹੁਣ ਅੱਜ ਦੀ ਡੇਟ ਵਿੱਚ ਵੀ ਮੈਂ ਵਰਕਰ ਮੀਟਿੰਗ ਹੋਣੇ ਤੁਹਾਡੇ ਤੋਂ ਪਹਿਲੇ ਆਪਣੇ ਮੇਨ ਬੰਦਿਆਂ ਦੀ ਮੀਟਿੰਗ ਬੁਲਾਈ ਸੀ, ਅਤੇ ਉਹਨਾਂ ਵੱਲੋਂ ਇੱਕੋ ਮੰਗ ਸੀ, ਕਹਿੰਦੇ ਬਸ ਤੁਸੀਂ ਇੱਕ ਵਾਰੀ ਆ ਕੇ ਫੇਰੀ ਮਾਰ ਜਾਓ, ਠੀਕ ਆ, ਸਿਰਫ ਕਹਿੰਦੇ ਕੁਝ ਨਹੀਂ ਕਰਨਾ, ਸਿਰਫ ਇੱਕ ਫੇਰੀ ਚਾਹੀਦੀ ਆ। ਸੋ ਜੇ ਵਰਕਰਾਂ ਦੇ ਮਨ 'ਚ ਇਹ ਗੱਲ ਹੋਏ ਨਾ ਵੀ ਇੱਕ ਚੱਕਰ ਲਾ ਜਾਓ ਬਸ, ਅਤੇ ਇਹਦਾ ਮਤਲਬ ਹੋਰ ਕੀ ਆ? ਇਹਦਾ ਮਤਲਬ ਸਭ ਲੋਕ ਨਾਲ ਨੇ, ਪਰ ਲੋਕ ਤੁਹਾਨੂੰ ਇੱਕ ਵਾਰੀ ਦੇਖਣਾ ਚਾਹੁੰਦੇ, ਇੱਕ ਵਾਰੀ ਮਿਲਣਾ ਚਾਹੁੰਦੇ। ਇਲੈਕਸ਼ਨ ਦਾ ਮਾਹੌਲ ਹੁੰਦਾ, ਉਹਦੇ ਵਿੱਚ ਇੱਕ ਵਾਰੀ ਤੁਹਾਡੇ ਮੱਥੇ ਲੱਗਣਾ ਚਾਹੁੰਦੇ। ਸੋ ਅਸੀਂ ਉਹ ਪ੍ਰੋਗਰਾਮ ਸਾਰਾ ਸੈੱਟ ਕਰ ਲਿਆ। ਅਸੀਂ ਲੋਕਾਂ ਵਿੱਚ ਵੀ ਜਾਵਾਂਗੇ, ਔਰ ਜੋ ਉਹਨਾਂ ਦੀਆਂ ਗੱਲਾਂ ਨੇ ਉਹ ਗੱਲਾਂ ਵੀ ਸੁਣਾਂਗੇ, ਔਰ ਉੱਤੇ ਵਿਚਾਰ ਵੀ ਕਰਾਂਗੇ। ਧੰਨਵਾਦ। ਤਾਂ ਇਸ ਸਨ ਸਾਡੇ ਨਾਲ ਅੰਮ੍ਰਿਤਸਰ ਦੱਖਣੀ ਹਲਕੇ ਤੋਂ ਕਾਂਗਰਸੀ ਵਿਧਾਇਕ ਔਰ ਕਾਂਗਰਸ ਦੇ ਉਮੀਦਵਾਰ ਇੰਦਰਬੀਰ ਸਿੰਘ ਗੁਲਾਰੀਆ। ਤੁਹਾਨੂੰ ਇਹਨਾਂ ਦੇ ਨਾਲ ਸਾਡੀ ਗੱਲਬਾਤ ਕਿਸ ਤਰ੍ਹਾਂ ਲੱਗੀ, ਇਸ ਬਾਰੇ ਸਾਡੇ YouTube ਔਰ Facebook ਪੇਜ ਤੇ ਕਮੈਂਟ ਜ਼ਰੂਰ ਦੇਣਾ। ਧੰਨਵਾਦ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ ਸਿਰਫ ਪੰਜਾਬ ਵਾਇਰ ਨਿਊਜ਼ ਦੇ ਨਾਲ।